ਇੱਕ ਤਾਂ ਰਿਜ਼ਲਟ, ਇੱਕ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਵੀ ਅਗਲਾ ਰੇਹ 'ਚ ਪਾ ਦਿੰਦਾ, ਰੇਹ ਨਾਲ ਹੀ ਗੁੱਲੀ ਡੰਡਾ ਮਰ ਜਾਂਦਾ। ਉਹਦੇ ਨਾਲ ਜਿਹੜੀ ਆਪਾਂ ਦੂਈਆਂ ਦਵਾਈਆਂ ਪਾਉਂਦੇ ਆ ਉਹਦੇ ਸਪਰੇਅ ਕਰਨੀ ਪੈਂਦੀ ਆ, ਪੰਪ ਚੱਕਦੇ ਨੇ, ਦਿਹਾੜੀ ਲੱਗਦੀ ਆ, ਕੱਪੜੇ ਗਿੱਲੇ ਹੁੰਦੇ ਨੇ, ਬਿਮਾਰ ਹੁੰਦਾ ਬੰਦਾ। ਇਹਦੇ ਤਾਂ ਰੇਹ ਨਾਲ ਹੀ ਰਲਾ ਕੇ ਪਾ ਦੇਣੀ ਆ, ਇਹਦੀ ਤਾਂ ਕੋਈ ਕਿੱਲਤ ਹੀ ਨਹੀਂ ਪਾਉਣ ਦੀ। ਬਾਕੀ ਇਹਦਾ ਨੁਕਸਾਨ ਤਾਂ ਦੇਖੋ ਹੈ ਹੀ ਜ਼ਮੀਨ ਨੂੰ ਇਹਦਾ, ਅਤੇ ਜੇ ਆਪਾਂ ਮਿਕਦਾਰ ਤੋਂ ਜ਼ਿਆਦਾ ਇਹਦੀ ਵਰਤੋਂ ਕਰਾਂਗੇ ਨਾ ਤਾਂ ਇੱਥੇ ਹੋਰ ਜਿਵੇਂ ਚੌੜੇ ਪੱਤੇ ਵਾਲੀਆਂ ਫਸਲਾਂ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਆ। ਉਹ ਦੁਬਾਰੇ ਜਦ ਆਪਾਂ ਬੀਜਦੇ ਹਾਂ ਉਹ ਹਰੀਆਂ ਬਹੁਤ ਘੱਟ ਹੁੰਦੀਆਂ ਨੇ, ਜੇ ਹਰੀਆਂ ਵੀ ਹੋਇਆ ਹੁੰਦੀਆਂ ਤਾਂ ਉਹ ਝਾੜ ਬਹੁਤ ਘੱਟ ਦਿੰਦੀਆਂ ਨੇ। ਇਹ ਆਪਣਾ ਜ਼ਮੀਨ ਦਾ ਤਾਂ ਨੁਕਸਾਨ ਕਰੂ ਨਾਲ ਆਪਾਂ ਜਿਹੜੀ ਕਣਕ ਉਗਾਉਂਦੇ ਆ ਉਹਦੀ ਜ਼ਹਿਰ ਆ ਜਿਹੜੀ ਇਹਦੇ ਕਣਕ ਦੇ ਵਿੱਚ ਵੀ ਜਾਂਦੀ ਆ। ਦੋਸਤੋ ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰੌਦ। ਅੱਜ ਗੱਲ ਕਰਾਂਗੇ ਪੰਜਾਬ ਦੀ ਖੇਤੀ ਬਾਰੇ, ਪੰਜਾਬ ਦੀ ਫਸਲ ਬਾਰੇ, ਖਾਸ ਕਰ ਕਣਕ ਦੀ ਫਸਲ ਹੈ ਜਿਹੜੀ ਇਹਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਨਦੀਨ ਹੈ ਜਿਹੜਾ ਉਹ ਗੁੱਲੀ ਡੰਡਾ, ਜਿਹਨੂੰ ਮਾਲਵਈ ਭਾਸ਼ਾ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਅਸੀਂ ਜ਼ੁਲਮੀ ਨਦੀਨ ਕਹਿ ਸਕਦੇ ਹਾਂ, ਕਿਉਂਕਿ ਇਸ ਨਦੀਨ ਨੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨ ਨੂੰ ਹੈ ਜਿਹੜਾ ਉਹ ਪਰੇਸ਼ਾਨ ਕਰਕੇ ਰੱਖਿਆ। ਬਹੁਤ ਸਾਰੀਆਂ ਦਵਾਈਆਂ ਮਾਰਕੀਟ ਦੇ ਵਿੱਚ ਆਈਆਂ ਪਰ ਕਿਸੇ ਵੀ ਦਵਾਈ ਨੇ ਇਸ ਨਦੀਨ ਨੂੰ ਪੱਕੇ ਤੌਰ 'ਤੇ ਠੱਲ ਪਾਉਣ ਦੀ ਕੋਸ਼ਿਸ਼ ਨਾ ਕੀਤੀ। ਸੋ ਕਿਸਾਨੀ ਹੈ ਜਿਹੜੀ ਉਹਦਾ ਇੱਕ ਦਰਦਨਾਕ ਪਹਿਲੂ ਵੀ ਇਹ ਵੀ ਇਹ ਲੰਬੇ ਸਮੇਂ ਤੋਂ ਕਰਜ਼ੇ ਦੀ ਦਲਦਲ ਦੇ ਵਿੱਚ ਧੱਸਦੀ ਚਲੀ ਗਈ। ਸੋ ਕਿਸਾਨਾਂ ਵੱਲੋਂ ਅੱਕ ਕੇ ਮਜਬੂਰੀ ਬਸ ਆਪਣੇ ਖੇਤਾਂ ਅੰਦਰ ਇੱਕ ਜਿਹੜੀ ਦਵਾਈ ਮੈਟਰੀਬਿਊਜ਼ਨ ਨਾਂ ਦਾ ਰਸਾਇਣਕ ਤੱਤ, ਜਿਸ ਨੂੰ ਕਿਸਾਨ ਜਦੋਂ ਆਲੂ ਬੀਜਦਾ ਤਾਂ ਉਸ ਦੀ ਜਿਹੜਾ ਨਦੀਨ ਹੈ ਉਹਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਇਸ ਨੂੰ ਪਾਇਆ ਜਾਂਦਾ ਹੈ। ਸੋ ਉਸ ਰਸਾਇਣਕ ਤੱਤ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਪਿਛਲੇ ਕਈ ਸਾਲਾਂ ਤੋਂ। ਸੋ ਪਹਿਲਾਂ ਕਿਸਾਨ ਥੋੜ੍ਹੀ ਬਹੁਤ ਇਹਦੀ ਵਰਤੋਂ ਜਿਹੜੀ ਰਸਾਇਣਕ ਤੱਤ ਦੀ ਉਹ ਕਰਦੇ ਸਨ, ਪਰ ਇਸ ਟਾਈਮ ਅਸੀਂ ਦੇਖਣ ਵਿੱਚ ਆਇਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਵੱਲੋਂ ਇਸ ਦੀ ਹੱਦੋਂ ਵੱਧ ਜਿਹੜੀ ਵਰਤੋਂ ਹੈ ਉਹ ਕੀਤੀ ਜਾ ਰਹੀ ਹੈ। ਸੋ ਇਹ ਕਿਤੇ ਨਾ ਕਿਤੇ ਖੇਤੀ ਮਾਹਰ ਵੀ ਕਹਿੰਦੇ ਨੇ ਇਹ ਨੁਕਸਾਨਦੇਹ ਹੈ। ਸੋ ਅਸੀਂ ਕਿਸਾਨਾਂ ਨਾਲ ਵੀ ਗੱਲ ਕਰਾਵਾਂਗੇ। ਮੈਂ ਮੇਰੇ ਸਾਥੀ ਨੂੰ ਕਹੂੰਗਾ ਵੀ ਆਹ ਫਸਲ ਹੈ ਜਿਹੜੀ ਇਹ ਦਿਖਾਈ ਜਾਵੇ। ਕਿਤੇ ਨਾ ਕਿਤੇ ਇਹਨਾਂ ਖੇਤਾਂ ਵਿੱਚ ਵੀ ਮੈਟਰੀਬਿਊਜ਼ਨ ਦੀ ਜਿਹੜੀ ਵਰਤੋਂ ਹੈ ਉਹ ਥੋੜ੍ਹੀ ਜਾਂ ਬਹੁਤ ਪਿਛਲੇ ਸਮੇਂ ਤੋਂ ਹੋਈ ਹੈ। ਸੋ ਸਾਡਾ ਅੱਜ ਦਾ ਜਿਹੜੀ ਗੱਲਬਾਤ ਹੈ ਉਹ ਇਸੇ ਨੂੰ ਲੈ ਕੇ ਹੈ ਵੀ ਕਿਸਾਨ ਭਾਈਚਾਰਾ ਕਿਤੇ ਨਾ ਕਿਤੇ ਗੁੱਲੀ ਡੰਡੇ ਤੋਂ ਅੱਕਿਆ ਜਾਂ ਨਦੀਨਾਂ ਤੋਂ ਅੱਕਿਆ ਇਸ ਦੀ ਵਰਤੋਂ ਹੈ ਜਿਹੜੀ ਵੱਡੀ ਪੱਧਰ 'ਤੇ ਉਹ ਕਰਨ ਲੱਗਿਆ ਹੈ। ਸੋ ਖੇਤੀ ਮਾਹਰ ਵੀ ਇਹ ਕਹਿ ਰਹੇ ਨੇ ਵੀ ਇਹ ਜਿਹੜਾ ਵਰਤਾਰਾ ਹੈ ਇਹ ਬੇਹੱਦ ਘਾਤਕ ਹੈ। ਸੋ ਕਿਸਾਨਾਂ ਦੇ ਨਾਲ ਗੱਲ ਕਰਵਾਵਾਂਗੇ ਕਿਉਂਕਿ ਬਹੁਤ ਸਾਰੇ ਕਿਸਾਨ ਇਹਦੀ ਵਰਤੋਂ ਹੈ ਜਿਹੜੀ ਉਹ ਕਰ ਵੀ ਰਹੇ ਨੇ। PAU ਵੱਲੋਂ ਜੇਕਰ PAU ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੁਝ ਦਵਾਈਆਂ ਮਾਰਕੀਟ ਦੇ ਵਿੱਚ ਉਹ ਵੀ ਮਨਜ਼ੂਰ ਸ਼ੁਦਾ ਜਾਂ ਜਿਹਨੂੰ ਮਾਨਤਾ ਦਿੱਤੀ ਗਈ ਜਿਹੜੀਆਂ ਦਵਾਈਆਂ ਗੁੱਲੀ ਡੰਡੇ 'ਤੇ ਕੰਮ ਕਰਦੀਆਂ ਸਰ, ਉਹਨਾਂ ਦੇ ਵਿੱਚ ਇਹ ਜਿਹੜੀ ਸੀ ਉਹਦੀ ਮਾਤਰਾ ਜਿਹੜੀ ਉਹ ਥੋੜ੍ਹੀ ਪਾਈ ਗਈ। ਉਹਨਾਂ ਵੱਲੋਂ ਆਖਿਆ ਕਿ ਉਹ ਦਵਾਈ ਦਾ ਜਿਹੜਾ ਇਸਤੇਮਾਲ ਹੈ ਕੀਤਾ ਜਾਵੇ, ਪਰ ਕਿਸਾਨਾਂ ਵੱਲੋਂ ਧੜਾ ਵੱਡੇ ਪੱਧਰ 'ਤੇ ਜਿਹੜੀ ਮੈਟਰੀਬਿਊਜ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਸਾਡੇ ਕਹਿਣ ਦਾ ਭਾਵ ਹੈ ਉਹ ਬੇਹੱਦ ਖਤਰਨਾਕ ਹੈ। ਸੋ ਗੱਲ ਕਰਦੇ ਸੋ ਦਰਸ਼ਕ ਵੀਰੋ ਗੱਲ ਕਰਦੇ ਹਾਂ ਕਿਸਾਨ ਆਗੂ ਦੇ ਨਾਲ ਕਿ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ, ਜਾਂ ਜਿਹੜੇ ਕਿਸਾਨਾਂ ਵੱਲੋਂ ਮੈਟਰੀਬਿਊਜ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਆਪ ਕੀ ਮਹਿਸੂਸ ਕਰਦੇ ਨੇ ਇਸ ਖਤਰਨਾਕ ਵਰਤਾਰੇ ਪ੍ਰਤੀ। ਕੀ ਨਾਮ ਹੈ ਜੀ? ਮੇਰਾ ਨਰਿੰਦਰ ਸਿੰਘ ਆ ਜੀ। ਕੀ ਸਮਝਦੇ ਹੋ ਜਿਹੜੀ ਮੈਟਰੀਜਨ ਅੰਨ੍ਹੇਵਾਹ ਜਾਂ ਆਪਾਂ ਕਹਿ ਲਈਏ ਧੜਾ ਖੇਤਾਂ ਵਿੱਚ ਪਾਈ ਜਾ ਰਹੀ? ਦੇਖੋ ਜੀ, ਮੈਟਰੀਜਨ ਕਿਸਾਨ ਪਾ ਤਾਂ ਰਿਹਾ ਮਜਬੂਰੀ ਨੂੰ ਇਹ ਆਪਦੀ ਨੂੰ, ਕਿਉਂਕਿ ਗੁੱਲੀ ਡੰਡਾ ਹੋਰ ਦਵਾਈਆਂ ਨਾਲ ਮਰਦਾ ਨਹੀਂ ਹੈਗਾ। ਜੇ ਮਰਦਾ ਵੀ ਆ ਤਾਂ ਬਹੁਤੀਆਂ ਮਹਿੰਗੀਆਂ ਦਵਾਈਆਂ ਨੇ। ਜਿਹੜੀ ਮੈਟਰੀਜਨ ਆ ਇਹ ਕੁਛ ਤਾਂ ਰੇਟ ਠੀਕ ਪੈ ਜਾਂਦੀ ਆ, ਕੁਛ ਗੁੱਲੀ ਡੰਡਾ ਵਧੀਆ ਮਾਰ ਦਿੰਦੀ ਆ। ਬਾਕੀ ਇਹਦਾ ਨੁਕਸਾਨ ਤਾਂ ਦੇਖੋ ਹੈ ਹੀ ਜ਼ਮੀਨ ਨੂੰ ਇਹਦਾ, ਅਤੇ ਜੇ ਆਪਾਂ ਮਿਕਦਾਰ ਤੋਂ ਜ਼ਿਆਦਾ ਇਹਦੀ ਵਰਤੋਂ ਕਰਾਂਗੇ ਨਾ ਤਾਂ ਇੱਥੇ ਹੋਰ ਜਿਵੇਂ ਚੌੜੇ ਪੱਤੇ ਵਾਲੀਆਂ ਫਸਲਾਂ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਆ। ਉਹ ਦੁਬਾਰੇ ਜਦ ਆਪਾਂ ਬੀਜਦੇ ਹਾਂ ਉਹ ਹਰੀਆਂ ਬਹੁਤ ਘੱਟ ਹੁੰਦੀਆਂ ਨੇ, ਜੇ ਹਰੀਆਂ ਵੀ ਹੋਇਆ ਹੁੰਦੀਆਂ ਤਾਂ ਉਹ ਝਾੜ ਬਹੁਤ ਘੱਟ ਦਿੰਦੀਆਂ ਨੇ। ਇਸ ਕਰਕੇ ਵੀ ਜ਼ਿਮੀਂਦਾਰਾਂ ਨੂੰ ਬੇਨਤੀ ਆ ਵੀ ਕਰਨ ਮੈਟਰੀਜਨ ਦਾ ਜਿੰਨਾ ਕੁ ਕਰਨ, ਘੱਟ ਤੋਂ ਘੱਟ ਪ੍ਰਯੋਗ ਕਰਨ, ਜਿੰਨੀ ਕੁ ਜਾਇਜ਼ ਆ ਉਨੀ ਕੁ ਕਰਨ, ਜ਼ਿਆਦਾ ਮਿਕਦਾਰ 'ਚ ਨਾ ਪਾਉਣ। ਜਿੰਨੇ ਕੁ ਨਾਲ ਗੁੱਲੀ ਡੰਡਾ ਮਰ ਸਕਦਾ ਉਨੇ ਕਦੇ ਹਿਸਾਬ ਨਾਲ ਪਾ ਲੈਣ। ਵਿੱਚ ਜ਼ਿਮੀਂਦਾਰ ਬਹੁਤ ਜ਼ਿਆਦਾ ਪਾਈ ਜਾਂਦੇ ਨੇ, ਰੀਸਾਂ ਨਾਲ ਪਹਿਲਾਂ ਪਾ ਦਿੰਦੇ ਨੇ 300 ਫਿਰ ਬਾਅਦ 'ਚ ਪਾਤੀ ਏਕੜ ਦੀ, ਅਤੇ ਇੱਕ ਵਾਰ ਪਾ ਕੇ ਵੀ ਸਰ ਸਕਦਾ ਇਹਦਾ ਜੇ ਆਪਾਂ ਹਿਸਾਬ ਨਾਲ ਪਾਈਏ। ਅਤੇ ਜੇ ਹੁਣ ਆਪਾਂ ਜ਼ਿਆਦਾ ਵਾਰ ਇਹਨੂੰ ਜ਼ਿਆਦਾ ਪਾਵਾਂਗੇ ਤਾਂ ਇਹ ਆਪਣਾ ਜ਼ਮੀਨ ਦਾ ਤਾਂ ਨੁਕਸਾਨ ਕਰੂ ਨਾਲ ਆਪਾਂ ਜਿਹੜੀ ਕਣਕ ਉਗਾਉਂਦੇ ਆ ਉਹਦੀ ਜ਼ਹਿਰ ਆ ਜਿਹੜੀ ਇਹਦੇ ਕਣਕ ਦੇ ਵਿੱਚ ਵੀ ਜਾਂਦੀ ਆ,
ਉਹ ਆਪਾਂ ਖਾਂਦੇ ਆ ਤੇ ਉਹ ਫਿਰ ਆਪਣੇ ਸਰੀਰ 'ਚ ਜਾਊਗੀ, ਸਰੀਰ 'ਚ ਜਾਊ ਤਾਂ ਆਪਾਂ ਨੂੰ ਬਿਮਾਰੀਆਂ ਪਾਊਗੀ। ਇਸ ਕਰਕੇ ਬਈ ਇਹਦੀ ਵਰਤੋਂ ਘੱਟ ਕਰੋ ਜਿੰਨੀ ਘੱਟ ਹੋ ਸਕੇ। ਜੇਕਰ ਆਪਾਂ ਮੰਨੀਏ ਵੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਆ ਉਹਨੂੰ ਨਸ਼ਟ ਕਰਨ ਤੋਂ ਬਾਅਦ ਸਿਹਤ ਲਈ ਵੀ ਇਹ ਮਾੜੀ ਆ। ਸਿਹਤ ਲਈ ਤਾਂ ਮਾੜੀ ਹੈ ਜੀ। ਜਦ ਹੁਣ ਇਹਦੇ ਫਸਲ ਦੇ ਵਿੱਚ ਜਾਣਾ ਇਹਨੇ ਕਿਹਦਾ ਅਸਰ ਤਾਂ ਇਹਦਾ ਖਤਮ ਨਹੀਂ ਹੁੰਦਾ ਹੈਗਾ। ਜਦ ਇੱਕ ਨਦੀਨ ਨੂੰ ਮਾਰ ਸਕਦੀ ਆ, ਨਦੀਨ ਇੰਨਾ ਕੁ ਕੈੜਾ ਹੁੰਦਾ ਜਦੋਂ ਆਪਾਂ ਹੁਣ ਗ੍ਰਾਮਾਸੋਨ ਜਾਂ ਆਪਾਂ ਦੂਈ ਪਾਉਂਦੇ ਸੀਗੇ ਤੇ ਦਵਾਈ ਉਹਦੇ ਨਾਲ ਮਰਦਾ ਸੀਗਾ। ਦੇਖੋ ਕਿੰਨੀ ਤੇਜ਼ ਪਾਉਣ ਨਾਲ ਜਿਹਦਾ ਵੀ ਅਗਰ ਜੇ ਉਹ ਗ੍ਰਾਮਾਸੋਨਾ ਜੇ ਅਗਰ ਕੋਈ ਬੰਦਾ ਮਾੜਾ ਜਿਹਾ ਵੀ ਪੀ ਲਵੇ ਤਾਂ ਉਹ ਬਚਦਾ ਨਹੀਂ ਹੈਗਾ ਵੀ ਉਹਦੇ 'ਚ ਇੰਨੀ ਜ਼ਹਿਰ ਆ। ਉਹਦੇ ਨਾਲ ਨਦੀਨ ਮਰਦਾ। ਉਹੀ ਗੱਲ ਇਹਦੀ ਆ ਮੈਟਰੀਜਨ ਦੀ, ਉਹਦੇ ਨਾਲ ਇਹਦੇ ਨਾਲ ਵੀ ਨਦੀਨ ਮਰਦਾ ਵੀ ਇਹਦੇ 'ਚ ਜ਼ਹਿਰ ਬਹੁਤ ਜ਼ਿਆਦਾ ਆ। ਜੇ ਬੰਦਾ ਪੀ ਲਵੇ ਬਚਦਾ ਹੀ ਨਹੀਂ ਹੈਗਾ ਇਹਦੇ ਨਾਲ। ਜੇ ਉਹ ਇਹ ਹੁਣ ਫਸਲ 'ਤੇ ਛਿੜਕਾਂਗੇ ਆਪਾਂ ਤਾਂ ਫਸਲ ਦੇ ਵਿੱਚ ਅਸਰ ਤਾਂ ਰਹਿਣਾ ਹੀ ਰਹਿਣਾ ਇਹਦਾ ਥੋੜ੍ਹਾ ਬਹੁਤਾ, ਅਤੇ ਫਿਰ ਆਪਾਂ ਉਹ ਖਾਣਾ ਖੁਰਾਕ ਵੀ ਆਪਣੀ ਉਹੀ ਆ, ਆਪਣੇ ਸਰੀਰ ਨੂੰ ਤਾਂ ਨੁਕਸਾਨ ਪਹੁੰਚਾਊਗੇ ਇਹ। ਕਿੰਨੀ ਕੁ ਪੱਧਰ ਤੇ ਵਰਤੋਂ ਹੈ ਜਿਹੜੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਜਾਂ ਆਪਣੇ ਇਲਾਕੇ ਦੇ ਕਿਸਾਨਾਂ ਵੱਲੋਂ ਇਹਦੀ ਕੀਤੀ ਜਾ ਰਹੀ ਹੈ, ਜਦ ਕਿ ਦੂਈਆਂ ਦਵਾਈਆਂ ਦੀ ਜਿਹੜੀ ਮਾਰਕੀਟ ਦੇ ਵਿੱਚ ਆਪਾਂ ਦੇਖੀਏ ਵੀ ਉਹਨਾਂ ਦੀ ਵਿਕਰੀ ਆ ਉਹ ਨਾ ਮਾਤਰ ਹੈ। ਇਹ ਤਾਂ ਜੀ ਹੁਣ ਜੇ ਅਸਲ ਮੈਨੇ ਲਾ ਲਓ ਜ਼ਿਮੀਦਾਰ ਘੱਟੋ ਘੱਟ 90% ਲੋਕ ਇਹਨੂੰ ਵਰਤ ਰਹੇ ਨੇ, ਕਿਉਂਕਿ ਇਹਦਾ ਇੱਕ ਤਾਂ ਰਿਜ਼ਲਟ, ਇੱਕ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਵੀ ਅਗਲਾ ਰੇਹ 'ਚ ਪਾ ਦਿੰਦਾ, ਰੇਹ ਨਾਲ ਹੀ ਗੁੱਲੀ ਡੰਡਾ ਮਰ ਜਾਂਦਾ। ਉਹਦੇ ਨਾਲ ਜਿਹੜੀ ਆਪਾਂ ਦੂਈਆਂ ਦਵਾਈਆਂ ਪਾਉਂਦੇ ਆ ਉਹਦੇ ਸਪਰੇਅ ਕਰਨੀ ਪੈਂਦੀ ਆ, ਪੰਪ ਚੱਕਦੇ ਨੇ, ਦਿਹਾੜੀ ਲੱਗਦੀ ਆ, ਕੱਪੜੇ ਗਿੱਲੇ ਹੁੰਦੇ ਨੇ, ਬਿਮਾਰ ਹੁੰਦਾ ਬੰਦਾ। ਇਹਦੇ ਤਾਂ ਰੇਹ ਨਾਲ ਹੀ ਰਲਾ ਕੇ ਪਾ ਦੇਣੀ ਆ, ਇਹਦੀ ਤਾਂ ਕੋਈ ਕਿੱਲਤ ਹੀ ਨਹੀਂ ਪਾਉਣ ਦੀ। ਯਾਨੀ ਕਹਿਣ ਦਾ ਭਾਵ ਬਸ ਕੰਮ ਸਕਾਲਾ ਹੋ ਗਿਆ। ਬਹੁਤ ਜ਼ਿਆਦਾ ਸੌਖਾ ਜੀ। ਇਹ ਜ਼ਿਆਦਾ ਸੌਖਾ ਹੋਣ ਦੇ ਕਾਰਨ ਵੀ ਜ਼ਿਮੀਦਾਰ ਇਹਨੂੰ ਜ਼ਿਆਦਾ ਵਰਤ ਰਹੇ ਨੇ। ਜੇ ਸੌਖਾ ਕੰਮ ਇਹਦਾ ਤਾਂ ਜ਼ਿਆਦਾ ਵਰਤ ਰਹੇ ਨੇ। ਜ਼ਿਮੀਦਾਰਾਂ ਸਪਰੇਅ ਕਰਨ ਤੋਂ ਹਰ ਇੱਕ ਕਿੱਲਤ ਮੰਨਣ ਲੱਗ ਗਿਆ। ਜਦ ਉਹਦਾ ਰੇਹ 'ਚ ਪਾ ਕੇ ਸਰਦਾ, ਸਪਰੇਅ ਕਿਉਂ ਕਰੂਗਾ ਉਹ। ਸੋ ਕਿਸਾਨ ਆਗੂ ਦਾ ਦਰਸ਼ਕ ਵੀਰੋ ਤਰਕ ਬੜਾ ਵਧੀਆ ਕਿ ਜਾਂ ਗ੍ਰਾਮਿਕਸੋਨ ਦਵਾਈ ਹੈ ਜਿਹੜੀ ਉਹ ਨਦੀਨ ਨੂੰ ਮਾਰ ਸਕਦੀ ਹੈ ਤਾਂ ਇਹ ਕੀ ਕਰੂਗੀ, ਕਹਿਣ ਦੀ ਲੋੜ ਨਹੀਂ। ਇਹ ਉਹ ਕਿਸਾਨ ਨੇ ਜਿਨ੍ਹਾਂ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਵੀ ਵੱਡੀ ਗਿਣਤੀ ਵਿੱਚ ਆਪਦਾ ਜਿਹੜਾ ਸਹਿਯੋਗ ਹੈ ਉਹ ਦਿੱਤਾ ਗਿਆ। ਸੋ ਕਿਸਾਨ ਆਗੂ ਪਰਮਜੀਤ ਸਿੰਘ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਕੀ ਬਹਿਣਾ। ਇਹ ਕਿਸਾਨ ਨੇ ਜਿਹੜੇ ਸਾਰੇ ਅਗਾਹ ਵਧੂ ਵੀ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮਜੀਤ ਸਿੰਘ। ਦੇਖੋ ਜੀ, ਜਿਹੜਾ ਇਹ ਮੈਟਰੀ ਪਾਉਣ ਲੱਗੇ ਕਿਸਾਨ, ਇਹ ਕਿਸਾਨਾਂ ਨੇ ਇੱਕ ਸੁਖਾਲਾ ਤਰੀਕਾ ਅਪਣਾ ਲਿਆ। ਇਹਦੇ ਨਾਲ ਸੁਖਾਲਾ ਤਰੀਕਾ ਬਣਾ ਕੇ ਲੋਕ ਹੁਣ ਸਪਰੇਅ ਤੋਂ ਬਚ ਗਏ, ਸਪਰੇਆਂ ਨੂੰ ਜਮਾ ਹੀ ਨਹੀਂ ਕਰ ਰਹੇ। ਇਸ ਕਰਕੇ ਮੈਟਰੀ ਨੂੰ 2-2 ਜਾਂ 3-3 ਵਾਰ ਇਹਦਾ ਉਪਯੋਗ ਕਰ ਰਹੇ ਨੇ। ਇਹਨੂੰ 2-2 3-3 ਵਾਰ ਪਾਉਂਦੇ ਨੇ। ਜਦ ਉਹਦੇ ਨਾਲ ਆਪਣਾ ਜਿਹੜੇ ਜ਼ਮੀਨੀ ਦਾ ਸਤਹ ਉਹ ਜ਼ਿਆਦਾ ਉਸ ਨੂੰ ਨੁਕਸਾਨ ਹੋ ਰਿਹਾ। ਨਾਲ ਹੀ ਇਹਦੇ ਨਾਲ ਇਨਸਾਨਾਂ ਨੂੰ ਵੀ ਅਤੇ ਜੀਵਾਂ ਨੂੰ ਵੀ ਬਹੁਤ ਮਾੜਾ ਅਸਰ ਹੋ ਰਿਹਾ ਇਹਦੇ 'ਤੇ, ਕਿਉਂਕਿ ਇਹਦੀ ਜ਼ਹਿਰੀ ਆ ਇੱਕ ਤਰ੍ਹਾਂ ਦੀ। ਜ਼ਹਿਰ ਦੇ ਹੋਣ ਦੀ ਵਜ੍ਹਾ ਨਾਲ ਆਪਣੀ ਜਿਹੜਾ ਅਨਾਜ ਖਾਂਦੇ ਹਾਂ, ਕਣਕ ਖਾਂਦੇ ਹਾਂ, ਕਣਕ 'ਤੇ ਜ਼ਿਆਦਾ ਵਰਤਦੇ ਹਾਂ ਜੀ ਇਹਨੂੰ। ਉਹਦੇ ਨਾਲ ਆਪਣੇ ਇਹਦਾ ਵੀ ਇਨਸਾਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਆ। ਕਿੰਨੀ ਕੁ ਤੁਸੀਂ ਮੰਨਦੇ ਹੋ ਵੀ ਕਿੰਨੀ ਕੁ ਮਿਕਦਾਰ ਦੇ ਵਿੱਚ ਇਹ ਪਾਉਣੀ ਚਾਹੀਦੀ? ਇਹਨੂੰ ਏਕੜ ਦੇ ਜੇ ਪਰ ਏਕੜ ਸੋਚਿਆ ਜਾਵੇ ਤਾਂ ਜੇ ਆਪਾਂ ਜ਼ਮੀਨ 'ਚ ਪਾਉਂਦੇ ਹਾਂ ਤਾਂ 200 ਗ੍ਰਾਮ ਤੋਂ ਜ਼ਿਆਦਾ ਇਹਨੂੰ PAU ਯੂਨੀਵਰਸਿਟੀ ਵੀ ਮਾਨਤਾ ਨਹੀਂ ਕਰ ਰਹੀ, ਹਾਂ ਰਿਕਗਨਾਈਜ਼ ਨਹੀਂ ਕਰ ਰਹੀ। ਲੇਕਿਨ ਕਿਸਾਨ ਹੁਣ 60 ਤੋਂ 70 ਗ੍ਰਾਮ ਪਰ ਬਿੱਘਾ ਤੇ ਤੁਸੀਂ ਮੰਨ ਲਓ 350 ਗ੍ਰਾਮ ਏਕੜ ਦੀ ਡੋਜ਼ ਜਾਂ 400 ਗ੍ਰਾਮ ਏਕੜ ਦੀ ਡੋਜ਼ ਉਹ ਵੀ ਦੋ ਵਾਰ ਜਾਂ 3-3 ਵਾਰ ਇਹਦਾ ਉਪਯੋਗ ਕਰ ਰਹੇ ਨੇ। ਉਸ ਲੋਟ ਇਹ ਇੰਨੀ ਜ਼ਿਆਦਾ ਮਿਕਦਾਰ ਵਿੱਚ ਵਰਤਣ ਨਾਲ ਆਪਾਂ ਨੂੰ ਸਾਰੇ ਜੀਵਾਂ ਨੂੰ ਨੁਕਸਾਨ ਹੈ ਇਸ ਦਾ। ਮੈਂ ਇਸੇ ਕਰਕੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇਹਦੀ ਜਿਹੜੀ ਮਿਕਦਾਰ ਆ ਸਿਰਫ ਇੱਕ ਵਾਰੀ ਵਰਤੋ। ਜੇ ਵਰਤੋ ਉਹ ਵੀ ਜਿਹੜਾ ਆਪਾਂ ਨੂੰ ਯੂਨੀਵਰਸਿਟੀ ਜਾਂ ਮਾਹਰ ਡਾਕਟਰ ਸਿਫਾਰਿਸ਼ ਕਰ ਰਹੇ, ਜਿੰਨੀ ਕੁ ਸਿਫਾਰਿਸ਼ ਕਰਦੇ ਨੇ ਤੁਹਾਡੇ ਕਹਿਣ ਦਾ ਭਾਵ ਵੀ ਉਨੀ ਕੁ ਮਾਤਰਾ 'ਚ ਵਰਤਣੀ। ਹਾਂਜੀ, ਜਿਸ ਤਰ੍ਹਾਂ ਇਹਨੂੰ PAU ਯੂਨੀਵਰਸਿਟੀ ਆਪਣੀ ਸਿਫਾਰਿਸ਼ ਕਰ ਰਹੀ ਆ ਉਹਦੇ ਹਿਸਾਬ ਨਾਲ ਹੀ ਵਰਤੋ। ਉਸ ਤੋਂ ਜ਼ਿਆਦਾ ਓਵਰਡੋਜ਼ ਨਾ ਵਰਤੋ। ਇਹ ਤੋਂ ਬਿਨਾਂ ਜੇ ਆਪਾਂ ਹੋਰ ਦੇਖੀਏ ਜਿਹੜੀਆਂ ਰਵਾਇਤੀ ਦਵਾਈਆਂ ਤੀ ਉਹਨਾਂ ਨੂੰ ਕਿਸਾਨ ਵਿਸਾਰ ਨਹੀਂ ਗਏ ਜੇ ਆਪਾਂ ਦੇਖੀਏ ਮਾਰਕੀਟ ਦੇ। ਹਾਂਜੀ, ਉਹਨਾਂ ਨੂੰ ਤਾਂ ਬਿਲਕੁਲ ਹੀ ਉਹਨਾਂ ਨੂੰ ਸਮਾਪਤ ਹੋਣ ਵਾਲਾ ਹੋ ਗਿਆ। ਸਪਰੇਅ ਨੂੰ ਇੱਕ ਤਾਂ ਸਪਰੇਅ ਕਰਨ 'ਚ ਥੋੜ੍ਹੀ ਜਿਹੀ ਦਿੱਕਤ ਮਤਲਬ ਜ਼ਿਆਦਾ ਦਿੱਕਤ ਆਉਂਦੀ ਸੀ। ਕਿਸਾਨਾਂ ਨੇ ਇੱਕ ਸੁਖਾਲਾ ਤਰੀਕਾ ਅਪਣਾ ਲਿਆ। ਦੂਸਰਾ ਉਹਨਾਂ ਦਾ ਵੀ ਮਨ ਅੱਕ ਚੁੱਕਿਆ ਵੀ ਕਿਉਂ ਸਪਰੇਹਾਂ ਦਾ ਰਿਜ਼ਲਟ ਨਹੀਂ ਮਿਲਦਾ ਸੀ। ਇਹਦੇ ਕਰਕੇ ਮੈਟਰੀਬਿਊਜ਼ਨ ਦਾ ਹੁਣ ਜ਼ਿਆਦਾ ਸਾਰੇ ਪੰਜਾਬ 'ਚ ਹੀ ਬਹੁਤ ਹੀ ਜ਼ਿਆਦਾ ਵੱਡੇ ਪੱਧਰ 'ਤੇ ਉਪਯੋਗ ਹੋ ਰਿਹਾ। ਪਰ ਕਿਸਾਨ ਵੀਰਾਂ ਨੂੰ ਇਹੀ ਸਿਫਾਰਿਸ਼ ਕਰਦੇ ਹਾਂ ਵੀ ਇਹਨੂੰ ਵਰਤੋ ਤਾਂ ਸਹੀ, ਪਰ
ਇਹਦੇ ਤੇ ਸਿਫਾਰਸ਼ਾਂ ਨੇ, ਸਿਫਾਰਸ਼ਾਂ ਅਨੁਸਾਰ ਹੀ ਇਹਨੂੰ ਵਰਤੋ। ਲਗਾਤਾਰ ਨਾ ਵੀ 2 ਜਾਂ 3 ਵਾਰ ਵੀ ਪਾ ਰਹੇ ਨੇ ਕਿਸਾਨ ਵੀਰ, ਉਹ ਨਹੀਂ, ਜ਼ਰੂਰੀ ਨਹੀਂ। ਸੋ ਕਿਸਾਨਾਂ ਦਾ ਤਰਕ ਹੈ ਕਿ ਜੇਕਰ ਨਾਈਟ੍ਰੀਬਿਊਜ਼ਨ ਰਸਾਇਣਕ ਤੱਤ ਦੀ ਵਰਤੋਂ ਕਰਨੀ ਵੀ ਆ ਤਾਂ ਉਹ ਜਿੰਨੀ ਕੁ ਪੀਏਯੂ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀ ਮਾਹਰ ਕਹਿੰਦੇ ਨੇ ਉਨੀ ਕੁ ਕਰੋ। ਠੀਕ ਹੈ, ਸਾਡੀ ਮਜਬੂਰੀ ਹੈ, ਸਾਡਾ ਸਰ ਨਹੀਂ ਸਕਦਾ ਕਿਉਂਕਿ ਕਰਜ਼ੇ ਦੇ ਦਲਦਲ ਵਿੱਚ ਤਾਂ ਅਸੀਂ ਕਿਸਾਨੀ ਦੀ ਇੱਕ ਅੱਜ ਬਹੁਤ ਵੱਡੀ ਸੰਤਾਪ ਹੈ ਜਾਂ ਮਜਬੂਰੀ ਹੈ। ਜਿਹੜਾ ਇਹ ਖੇਤਾਂ ਵਿੱਚ ਗੁੱਲੀ ਡੰਡਾ ਹੈ ਇਹ ਮਰ ਨਹੀਂ ਰਿਹਾ। ਪਰ ਜੇਕਰ ਕੱਲ੍ਹ ਨੂੰ ਸਾਡੇ ਖੇਤ ਬੰਜਰ ਹੋ ਗਏ ਜਾਂ ਜਿਹੜੀਆਂ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਨੇ ਉਸ 'ਤੇ ਇਸ ਰਸਾਇਣਕ ਤੱਤ ਦਾ ਅਸਰ ਹੈ ਜਿਹੜਾ ਉਹ ਪਵੇਗਾ ਤਾਂ ਕੀ ਹੋਵੇਗਾ ਕਹਿਣ ਦੀ ਲੋੜ ਨਹੀਂ। ਸੋ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਮੈਟਰੀ ਨੂੰ ਵਰਤੋ ਨਾ ਵਰਤੋ, ਪਰ ਜਿੰਨੀ ਕੁ ਲੋੜ ਹੈ ਉਨੀ ਕੁ ਵਰਤੋ। ਇਹੀ ਇਹਨਾਂ ਕਿਸਾਨ ਵੀਰਾਂ ਦਾ, ਕਿਸਾਨ ਆਗੂਆਂ ਦਾ ਕਹਿਣਾ ਹੈ। ਕੁੱਪ ਕਲਾਂ ਤੋਂ ਮਨਜਿੰਦਰ ਸਿੰਘ, ਸਰੌਦ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ।